ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਮੇਰੇ ਵਿਚਾਰ ਦਾ ਕੇਂਦਰ ਹੈ ਉਹ ਹੈ ਸਿੱਲੀ ਮਿੱਟੀ। ਅਰਜੇ ਕੁਝ ਮਨੋਰਥ ਨੇ ਤੇਰੀ ਜ਼ਿੰਦਗੀ ਦੇ, ਕੁਝ ਮਨੋਰਥ ਨੇ ਤੇਰੀ ਜ਼ਿੰਦਗੀ ਦੇ, ਭਲਿਆ ਕਦੇ ਉਹਨਾਂ ਬਾਰੇ ਵੀ ਸੋਚੀ ਤੂੰ। ਇਸ ਜਿਸਮ ਮਿੱਟੀ ਨੂੰ ਸਿੰਜਣ ਲਈ ਦਰੋਂ ਦਾਤੇ ਰਹਿਮਤਾਂ ਲੋਚੀ ਤੂੰ। ਉਹ ਕਲਰ ਕਾਇਆ ਝੜ ਜਾਂਦੀ ਏ, ਇਹਨੂੰ ਨਾਲ ਗੁਣਾਂ ਦੇ ਪੋਚੀ ਤੂੰ। ਸੁਰਿੰਦਰ ਜੇ ਬੇਕਾਬੂ ਮਨ ਨੂੰ ਹੀ ਕਾਬੂ ਕਰਨਾ, ਜੇ ਬੇਕਾਬੂ ਮਨ ਨੂੰ ਹੀ ਕਾਬੂ ਕਰਨਾ, ਇਹਨੂੰ ਨਾਲ ਜੁਗਤ ਦੇ ਦਬੋਚੀ ਤੂੰ, ਇਹਨੂੰ ਨਾਲ ਜੁਗਤ ਦੇ ਦਬੋਚੀ ਤੂੰ। ਸੁੱਕੀ ਬੰਜਰ ਮਿੱਟੀ ਜਿਹਦੇ ਵਿੱਚ ਕੋਈ ਨਮੀ ਨਹੀਂ ਹੁੰਦੀ, ਇੱਕ ਸੂਝਵਾਨ ਇਨਸਾਨ ਕਦੀ ਵੀ ਉਸ ਮਿੱਟੀ ਵਿੱਚ ਕੋਈ ਕਾਸ਼ਤ ਨਹੀਂ ਕਰਦਾ, ਕਿਉਂਕਿ ਸੁੱਕੀ ਮਿੱਟੀ ਬੀਜ ਨੂੰ ਬਿਰਖ ਤੱਕ ਦਾ, ਫਲ ਤੱਕ ਦਾ ਸਫ਼ਰ ਤੈਅ ਕਰਵਾਉਣ ਲਈ ਕੋਈ ਪ੍ਰਕਿਰਿਆ ਦਾ ਆਰੰਭ ਨਹੀਂ ਕਰਦੀ। ਤੇ ਜੇ ਕਿਸੇ ਪ੍ਰਕਿਰਿਆ ਦਾ ਕੋਈ ਆਰੰਭ ਹੀ ਨਹੀਂ ਹੋਏਗਾ ਤੇ ਕੋਈ ਨਤੀਜਾ, ਕੋਈ ਫਲ ਕਿਵੇਂ ਪ੍ਰਾਪਤ ਹੋਏਗਾ। ਇਸ ਲਈ ਕਿਸੇ ਕਾਸ਼ਤ ਦਾ ਭਾਵ ਕਿ ਕਿਸੇ ਫਸਲ ਨੂੰ ਬੀਜਣ ਦਾ ਆਰੰਭ ਕਰਨ ਤੋਂ ਪਹਿਲਾਂ ਸੂਝਵਾਨ ਕਾਸ਼ਤ ਕਰਤਾ ਜ਼ਮੀਨ ਨੂੰ ਪਾਣੀ ਨਾਲ ਸਿੰਜਦਾ ਤੇ ਜ਼ਮੀਨ ਵਿਚਲੇ ਨਮੀ ਤੱਤ ਬਰਾਬਰ ਮਾਤਰਾ ਹੋਣ ਤੋਂ ਬਾਅਦ ਉਹਦੇ ਵਿੱਚ ਬੀ ਪਾਉਂਦਾ ਤੇ ਫਿਰ ਫਲ ਦੀ ਪ੍ਰਾਪਤੀ ਕਰਦਾ ਜਾਂ ਫਸਲ ਦੀ ਪ੍ਰਾਪਤੀ ਕਰਦਾ। ਇਹ ਇੱਕ ਸਧਾਰਨ ਪ੍ਰਕਿਰਿਆ ਸੀ ਫਸਲ ਬੀਜਣ ਦੀ, ਜਿਹਦੇ ਵਿੱਚ ਨਮੀ ਭਾਵ ਕਿ ਮਿੱਟੀ ਵਿਚਲੀ ਸਿੱਲ ਅਹਿਮ ਭੂਮਿਕਾ ਨਿਭਾਉਂਦੀ ਹੈ। ਤੇ ਹੁਣ ਜੇ ਬਾਹਰੀ ਫਸਲ ਬੀਜਣ ਦੀ ਤੇ ਫਲ ਪ੍ਰਾਪਤ ਕਰਨ ਦੀ ਸਾਰੀ ਵਾਰਤਾਲਾਪ ਨੂੰ ਲੈ ਭੀਤਰ ਪਰਤੀਏ ਤਾਂ ਗੱਲ ਸ਼ੁਰੂ ਕਰੀਏ ਇਸ ਕਾਇਆ ਰੂਪ ਮਿੱਟੀ ਤੋਂ। ਸਾਡੀ ਇਨਸਾਨੀ ਕਾਇਆ ਨੂੰ ਗੁਰੂ ਗੁਰਬਾਣੀ ਵਿੱਚ ਅਨੇਕਾਂ ਸਥਾਨਾਂ ਤੇ ਮਿੱਟੀ ਕਹਿ ਕੇ ਬਿਆਨਿਆ ਗਿਆ ਹੈ। ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ। ਹੁਣ ਜੇ ਇਹ ਕਾਇਆ ਮਿੱਟੀ ਹੈ ਤੇ ਫਿਰ ਜਿਸ ਪ੍ਰਕਾਰ ਬਾਹਰੀ ਜ਼ਮੀਨੀ ਮਿੱਟੀ ਵਿੱਚ ਕਾਸ਼ਤ ਕੀਤੀ ਜਾਂਦੀ ਹੈ, ਉਸੇ ਪ੍ਰਕਾਰ ਇਸ ਕਾਇਆ ਮਿੱਟੀ ਵਿੱਚ ਵੀ ਕਾਸ਼ਤ ਕੀਤੀ ਜਾਂਦੀ ਹੈ। ਤੇ ਫਿਰ ਜਿਸ ਤਰ੍ਹਾਂ ਇੱਥੇ ਕਿਸੇ ਮਿੱਟੀ ਵਿੱਚ ਕਾਸ਼ਤ ਕਰਨ ਲਈ ਨਮੀ ਵੇਖਣੀ ਪੈਂਦੀ ਹੈ, ਉਸੇ ਤਰ੍ਹਾਂ ਇਸ ਕਾਇਆ ਮਿੱਟੀ 'ਚ ਵੀ ਕਾਸ਼ਤ ਕਰਨ ਲਈ ਨਮੀ ਵੇਖਣੀ ਪੈਂਦੀ ਹੈ। ਕਿਉਂਕਿ ਨਮੀ ਨਾ ਹੋਣ ਕਰਕੇ ਸਾਡੀ ਕਾਇਆ ਮਿੱਟੀ ਸੁੱਕੀ ਤੇ ਬੰਜਰ ਹੋ ਜਾਏਗੀ, ਜਿਹਦੇ ਵਿੱਚ ਸੇਵਾ, ਸਿਮਰਨ, ਬੰਦਗੀ, ਇਬਾਦਤ ਰੂਪ ਪਾਇਆ ਹਰ ਇੱਕ ਬੀਜ ਸੁੱਕ ਸੜ ਜਾਏਗਾ ਤੇ ਕਦੀ ਵੀ ਸਾਨੂੰ ਵਸਲ ਦੀ ਫਸਲ ਦੀ ਪ੍ਰਾਪਤੀ ਨਹੀਂ ਹੋਏਗੀ। ਅਸੀਂ ਅਕਸਰ ਹੀ ਵੇਖਿਆ ਸੁਣਿਆ ਹੋਏਗਾ ਕਿ ਸੁੱਕੀ ਬੰਜਰ ਮਿੱਟੀ ਵਿੱਚ ਫਸਲ ਭਾਵੇਂ ਉੱਗੇ ਨਾ ਉੱਗੇ, ਪਰ ਸੁੱਕੀਆਂ ਕੰਡਿਆਲੀ ਥੋਰਾਂ ਜ਼ਰੂਰ ਉੱਗ ਜਾਂਦੀਆਂ ਨੇ, ਜਿਹੜੀਆਂ ਆਉਂਦੇ ਜਾਂਦੇ ਹਰ ਬੰਦੇ ਦੇ ਪੈਰੀ ਖੁੱਭ ਉਸ ਨੂੰ ਪੀੜ, ਉਸ ਨੂੰ ਤੰਗੀ ਦਿੰਦੀਆਂ ਨੇ। ਠੀਕ ਇਸੇ ਹੀ ਤਰ੍ਹਾਂ ਇਹ ਕਾਇਆ ਸੁੱਕੀ ਬੰਜਰ ਮਿੱਟੀ ਵਾਂਗਰ ਆਪਣੇ ਭੀਤਰ ਨਫ਼ਰਤ ਦੀ, ਵੈਰ ਵਿਰੋਧਤਾ ਦੀ ਕੰਡਿਆਲੀ ਥੋਰ ਉਗਾ ਲੈਂਦੀ ਹੈ, ਜਿਹੜੀ ਹਰ ਕਿਸੇ ਨੂੰ ਚੁੱਭਦੀ ਹੈ। ਸੋ ਇਹ ਤਾਂ ਗੱਲ ਅਸੀਂ ਕਰ ਲਈ ਸੁੱਕੀ ਮਿੱਟੀ ਦੀ, ਜਿਹਦੇ ਵਿੱਚ ਨਮੀ ਨਹੀਂ ਹੁੰਦੀ, ਉਸ ਵਿੱਚ ਵਸਲ ਦੀ ਫਸਲ ਨਹੀਂ ਉੱਗਦੀ। ਪਰ ਹੁਣ ਇਹ ਵੀ ਤਾਂ ਗੱਲ ਵਿਚਾਰਨੀ ਪਏਗੀ ਕਿ ਇਸ ਕਾਇਆ ਮਿੱਟੀ ਨੂੰ ਉਪਜਾਊ ਕਰਨ ਲਈ ਇਸ ਵਿੱਚ ਨਮੀ ਕਿਹੜੀ ਆ। ਤੇ ਫਿਰ ਇਸ ਕਾਇਆ ਮਿੱਟੀ ਨੂੰ ਉਪਜਾਊ ਕਰਦੀ ਨਿਮਰਤਾ ਦੀ ਨਮੀ। ਜਿਸ ਕਾਇਆ ਮਿੱਟੀ ਵਿੱਚ ਨਿਮਰਤਾ ਦੀ ਨਮੀ ਹੁੰਦੀ ਹੈ, ਉਸ ਵਿੱਚ ਸੇਵਾ, ਸਿਮਰਨ, ਬੰਦਗੀ, ਇਬਾਦਤ ਰੂਪ ਪਾਇਆ ਹਰ ਇੱਕ ਬੀਜ ਉੱਗਦਾ ਤੇ ਬਿਰਖ ਬਣ ਵਸਲ ਦਾ, ਮਲਾਪ ਦਾ ਫਲ ਸਾਡੀ ਝੋਲੀ ਪਾਉਂਦਾ ਹੈ। ਪਰ ਹੁਣ ਕਾਇਆ ਮਿੱਟੀ ਵਿੱਚ ਨਿਮਰਤਾ ਦੀ ਨਮੀ ਕਿਵੇਂ ਪਾਈ ਜਾਵੇ? ਸਭ ਤੋਂ ਵੱਡਾ ਤੇ ਗੰਭੀਰ ਮਸਲਾ ਇਹ ਆ, ਕਿਉਂਕਿ ਬਾਹਰੀ ਤੌਰ ਤੇ ਮਿੱਟੀ ਵਿੱਚ ਨਮੀ ਘੱਟ ਹੋਣ ਤੇ ਮਿੱਟੀ ਨੂੰ ਪਾਣੀ ਨਾਲ ਸਿੰਜ ਕੇ ਨਮੀ ਮਾਤਰਾ ਵਧਾਈ ਜਾ ਸਕਦੀ ਆ, ਪਰ ਕਾਇਆ ਮਿੱਟੀ ਵਿੱਚ ਨਿਮਰਤਾ ਦੀ ਨਮੀ ਕਿਵੇਂ ਪਾਈ ਜਾ ਸਕਦੀ ਹੈ? ਤੇ ਫਿਰ ਇਹ ਕਾਇਆ ਮਿੱਟੀ ਨਿਮਰਤਾ ਦੀ ਨਮੀ ਨਾਲ ਸਿੱਲੀ ਹੋ ਜਾਵੇ, ਉਹਦੇ ਲਈ ਸਤਿਪੁਰਖ, ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਅੱਗੇ ਅਰਜ਼ਾਂ ਅਰਜ਼ੋਈਆਂ ਹੀ ਨੇ ਕਿ ਆਪ ਦੇ ਦਰੋਂ ਘਰੋਂ ਰਹਿਮਤ ਦਾ ਮੀਂਹ ਬਰਸਾ, ਸੁਮੱਤ ਦੀਆਂ ਕਣੀਆਂ ਪਾ, ਸਾਡੀ ਕਾਇਆ ਮਿੱਟੀ ਵਿੱਚ ਨਿਮਰਤਾ ਦੀ ਨਮੀ ਭਰ ਦਿਓ। ਕਿਉਂਕਿ ਕਾਇਆ ਮਿੱਟੀ ਵਿੱਚ ਨਿਮਰਤਾ ਦੀ ਨਮੀ ਸਤਿਪੁਰਖ, ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਤੋਂ ਬਿਨਾਂ ਹੋਰ ਕੋਈ ਪਾ ਨਹੀਂ ਸਕਦਾ। ਸੋ ਅਖੀਰ ਨਿਮਰਤਾ ਦੀ ਨਮੀ ਬਿਨਾਂ ਵਸਲ ਦੀ ਫਸਲ ਯੁੱਗ ਸਾਡਾ ਮਲਾਪ ਸਾਡੇ ਹਜ਼ੂਰ ਪਿਤਾ ਨਾਲ ਨਹੀਂ ਹੋ ਸਕਦਾ। ਇਸ ਲਈ ਦਮ ਦਮ ਨਾਲ ਨਿਮਰ ਸੁਭਾਅ ਵਾਲੇ ਸਾਹਿਬ ਨੂੰ ਕਾਇਆ ਮਿੱਟੀ 'ਚ
ਨਿਮਰਤਾ ਦੀ ਨਮੀ ਭਰਨ ਲਈ ਦਰਖਾਸਤ ਲਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।